ओम शांति। ਅੱਜ ਹੈ 6/7/2022 ਦੇ ਸਾਕਾਰ ਬਾਪ ਦਾਦਾ ਜੀ ਦੇ ਮਹਾਵਾਕ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਬਾਪ ਦਾ ਬਣਨ ਤੋਂ ਤੁਸੀਂ ਬਗੈਰ ਕੋਡੀ ਖਰਚੇ ਸੈਕਿੰਡ ਵਿੱਚ ਜੀਵਨ ਮੁਕਤੀ ਦਾ ਅਧਿਕਾਰ ਪਾ ਸਕਦੇ ਹੋ। ਨਿਸ਼ਚੈ ਹੋਇਆ ਤਾਂ ਵਰਸਾ ਮਿਲ ਜਾਵੇਗਾ। ਅੱਜ ਦਾ ਪ੍ਰਸ਼ਨ ਹੈਗਾ, ਸ਼ਰੂੜ ਬੁੱਧੀ ਬੱਚਿਆਂ ਦਾ ਕਰਤੱਵ ਕਿਹੜਾ ਹੈਗਾ? ਉੱਤਰ ਹੈਗਾ, ਸੱਚੀ ਯਾਤਰਾ ਕਰਨਾ ਅਤੇ ਕਰਾਣਾ ਅਹਿਓ ਸ਼ਰੂਰ ਬੁੱਧੀ ਬੱਚਿਆਂ ਦਾ ਕਰਤੱਵ ਸਨ। ਸੱਚੀ ਯਾਤਰਾ ਅਹਿਓ ਸਨ ਕਿ ਮਨ ਮਨਾ ਭਵ ਹੋ ਕੇ ਰਹੋ। ਇਸ ਯਾਤਰਾ ਵਿੱਚ ਔਰ ਧੱਕਿਆਂ ਤੋਂ ਵੀ ਬਚ ਜਾਵੋਗੇ। ਜਿਵੇਂ ਬਾਪ ਕਲਿਆਣਕਾਰੀ ਸਨ, ਉਵੇਂ ਤੁਸੀਂ ਵੀ ਸ਼ਰੂੜ ਬੁੱਧੀ ਬੱਚੇ ਬਾਪ ਸਮਾਨ ਕਲਿਆਣਕਾਰੀ ਬਣ ਕੇ ਵਿਖਾਣਾ ਏ। ਅੱਜ ਦੀ ਮੁਰਲੀ ਵਿੱਚ ਦੂਜਾ ਪ੍ਰਸ਼ਨ ਹੈਗਾ, ਬਾਪ ਕਿਹੜੇ ਬੱਚਿਆਂ ਨਾਲ ਗੱਲ ਕਰਦੇ ਸਨ? ਕੀ ਆਖਦੇ ਸਨ ਔਰ ਜਿਹੜੀਆਂ ਗੱਲਾਂ ਤੁਸੀਂ ਸਾਰਿਆਂ ਨੂੰ ਸੁਣਾਣੀਆਂ ਨੇ? ਉੱਤਰ ਹੈਗਾ, ਬਾਪ ਆਖਦੇ ਸਨ, ਬੱਚੇ ਤੁਸੀਂ ਮੈਨੂੰ ਯਾਦ ਕਰੋ, ਕਦੇ ਕਿਸੇ ਦੇਹਧਾਰੀ ਦੀ ਯਾਦ ਵਿੱਚ ਨਹੀਂ ਰਹਿਣਾ। ਦੇਹਧਾਰੀ ਨੂੰ ਯਾਦ ਕਰਨਗੇ ਤਾਂ ਦੇਹ ਅਭਿਮਾਨੀ ਬਣ ਜਾਣਗੇ। ਇਸ ਲਈ ਸਦਾ ਸਮਝੋ, ਦੇਹਧਾਰੀ ਤਾਂ ਸਾਰੇ ਮਰੇ ਪਏ ਨੇ। ਅਸੀਂ ਹੁਣ ਬੇਹੱਦ ਦੇ ਬਾਪ ਦੀ ਯਾਦ ਵਿੱਚ ਰਹਿੰਦੇ ਹਾਂ। ਅਹਿਓ ਗੱਲ ਸਭ ਦੇ ਕੰਨਾਂ ਵਿੱਚ ਸੁਣਾਉਂਦੇ ਰਹੋ। ਗੀਤ ਹੈਗਾ ਅੱਜ ਦਾ, ਤਕਦੀਰ ਜਗਾ ਕੇ ਆਈ ਹਾਂ। ਓਮ ਸ਼ਾਂਤੀ। ਬੱਚਿਆਂ ਦੀ ਤਕਦੀਰ ਬਣਾਉਣ ਵਿੱਚ ਕੋਈ ਖਰਚਾ ਨਹੀਂ ਲੱਗਦਾ। ਮਾਂ-ਬਾਪ ਦੇ ਕੋਲ ਬੱਚੇ ਆਏ ਸਨ। ਬੱਚਿਆਂ ਨੂੰ ਕੁਝ ਖਰਚਾ ਲੱਗੇ ਵਰਸਾ ਪਾਉਣ ਵਿੱਚ, ਐਵੇਂ ਤਾਂ ਕਦੇ ਵੀ ਨਹੀਂ ਸੁਣਿਆ। ਪੈਦਾ ਹੁੰਦੇ ਹੀ ਬਾਪ ਦੇ ਬਣੇ ਤਾਂ ਵਰਸੇ ਦੇ ਅਧਿਕਾਰ ਵੀ ਮਿਲ ਜਾਂਦਾ ਹੈ। ਜਿਨ੍ਹਾਂ ਨੇ ਵਰਸਾ ਨਹੀਂ ਦੇਣਾ ਹੁੰਦਾ, ਉਹ ਅਖਬਾਰ ਵਿੱਚ ਕੱਢਦੇ ਸਨ ਕਿ ਫਲਾਣੇ ਵਾਰਿਸ ਦਾ ਹੁਣ ਜਨਮ ਹੋਇਆ, ਫਿਰ ਉਸ ਤੋਂ ਬਾਅਦ ਹੁਣ ਉਸ ਨੂੰ ਬੇਦਖਲ ਕਰ ਦਿੱਤਾ ਏ। ਕਈ ਤਾਂ ਬਹੁਤ ਧਨਵਾਨ ਵੀ ਹੁੰਦੇ ਸਨ। ਬੱਚੇ ਨਹੀਂ ਵੀ ਹੁੰਦੇ ਤਾਂ ਵੀ ਅਡਾਪਟ ਕਰਦੇ ਸਨ ਤਾਂ ਕਿ ਵਾਰਿਸ ਮਿਲ ਜਾਵੇ। ਬੱਚੇ ਦਾ ਕੋਈ ਖਰਚਾ ਲੱਗਿਆ ਕੁਝ ਵੀ ਨਹੀਂ। ਇੱਥੇ ਵੀ ਗਾਇਆ ਜਾਂਦਾ ਏ, ਤੁਹਾਨੂੰ ਸੈਕਿੰਡ ਵਿੱਚ ਸਤਯੁਗ ਦਾ ਵਰਸਾ ਮਿਲਦਾ ਏ। ਹੁਣ ਤੁਸੀਂ ਵਿਸ਼ਵ ਦੇ ਮਾਲਿਕ ਜੀਵਨ ਮੁਕਤ ਦੇਵਤਾ ਬਣ ਰਹੇ ਸਨ। ਭਾਰਤ ਜੀਵਨ ਮੁਕਤ ਸੀ, ਹੁਣ ਫਿਰ ਜੀਵਨ ਬੰਦ ਵਿੱਚ ਆ ਗਿਆ ਏ। ਹੁਣ ਬਾਪ ਪੁੱਛਦੇ ਸਨ, ਬਾਪ ਦਾ ਬਣਨ ਵਿੱਚ ਤੁਹਾਨੂੰ ਕੋਈ ਖਰਚਾ ਲੱਗਦਾ ਏ ਕਿ? ਬਾਪ ਆਂਦੇ ਹੀ ਸਨ ਬੱਚਿਆਂ ਨੂੰ ਵਰਸਾ ਦੇਣ ਦੇ ਲਈ। ਇਸ ਲਈ ਇਸ ਵਿੱਚ ਖਰਚੇ ਦੀ ਤਾਂ ਗੱਲ ਹੀ ਕੋਈ ਨਹੀਂ। ਗਾਇਆ ਵੀ ਜਾਂਦਾ ਏ, ਸੈਕਿੰਡ ਵਿੱਚ ਰਾਜਾ ਜਨਕ ਨੂੰ ਜੀਵਨ ਮੁਕਤੀ ਮਿਲੀ ਸੀ। ਸਿਰਫ ਬਾਪ ਦੀ ਪਹਿਚਾਣ ਮਿਲਣਾ ਜ਼ਰੂਰੀ ਹੈ। ਹੁਣ ਬਾਪ ਦੱਸਦੇ ਨੇ, ਪਰ ਲੌਕਿਕ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕਿਹੜਾ ਸੰਬੰਧ ਹੈਗਾ, ਇਹ ਗੱਲ ਤੁਹਾਨੂੰ ਸਭ ਨੂੰ ਦੱਸਣੀ ਹੈ। ਉਹ ਸਾਡਾ ਬਾਪ ਏ, ਅਸੀਂ ਉਸ ਦੇ ਬਣੇ ਹਾਂ, ਉਸ ਤੋਂ ਸਤਯੁਗ ਦਾ ਵਰਸਾ ਲੈਣ ਦੇ ਲਈ। ਬਾਪ ਵੀ ਆਖਦੇ ਸਨ, ਮੇਰਾ ਬਣਨ ਦੇ ਲਈ ਤੁਹਾਨੂੰ ਕੁਝ ਖਰਚਾ ਨਹੀਂ ਲੱਗਦਾ। 1 ਸੈਕਿੰਡ ਦੀ ਗੱਲ ਏ, ਖਰਚੇ ਦੀ ਤਾਂ ਗੱਲ ਹੀ ਕੋਈ ਨਹੀਂ। ਬਾਪ ਬੱਚਿਆਂ ਤੋਂ ਕੋਈ ਖਰਚਾ ਥੋੜੇ ਹੀ ਲੈਣਗੇ। ਤੁਸੀਂ ਬਾਪ ਦੇ ਬਣਦੇ ਹੋ, ਕੀ ਖਰਚਾ ਹੋਇਆ? ਸਿਰਫ ਬੁੱਧੀ ਵਿੱਚ ਨਿਸ਼ਚੈ ਹੋਣਾ ਚਾਹੀਦਾ ਏ ਕਿ ਮੈਂ ਆਪ ਜੀ ਦਾ ਹਾਂ। ਸਮਝਦੇ ਵੀ ਸਨ, ਬਾਪ ਤੋਂ ਅਸੀਂ ਸਵਰਗ ਦੀ ਬਾਦਸ਼ਾਹੀ ਲੈਂਦੇ ਸਨ। ਬਾਪ ਸਵਰਗ ਦਾ ਰਚయిਤਾ ਸਨ, ਵਰਸਾ ਦਿੰਦੇ ਸਨ। ਨਿਸ਼ਚੈ ਦੀ ਗੱਲ ਹੈ ਨਾ, ਪਾਈ ਵੀ ਖਰਚ ਨਹੀਂ ਕਰੋ। ਯਾਦ ਨਾਲ ਤੁਸੀਂ ਹੀਰੇ ਜਿਹਾ ਬਣ ਜਾਓਗੇ। ਅਸੀਂ ਲਿਖਦੇ ਵੀ ਹਾਂ, ਤੁਸੀਂ ਜੀਵਨ ਮੁਕਤੀ ਪਾ ਸਕਦੇ ਹੋ ਬਗੈਰ ਕੋਡੀ ਖਰਚੇ। ਤੁਸੀਂ ਹੁਣ ਤੱਕ ਕਿੰਨੇ ਧੱਕੇ ਖਾਂਦੇ ਆਏ ਹੋ, ਹੁਣ ਤੁਹਾਨੂੰ ਧੱਕਿਆਂ ਤੋਂ ਬਚਾਉਣ ਦੇ ਲਈ ਆਇਆ ਹਾਂ। ਇਹ ਸਾਰੀਆਂ ਗੱਲਾਂ ਬਾਪ ਹੀ ਸਮਝਾਉਂਦੇ ਸਨ, ਪਰੰਤੂ ਕਿਸ ਦੀ ਤਕਦੀਰ ਵਿੱਚ ਨਹੀਂ ਹੋਵੇਗਾ ਤਾਂ ਬੁੱਧੀ ਵਿੱਚ ਕੁਝ ਵੀ ਬੈਠੇਗਾ ਨਹੀਂ। ਕੋਈ ਯੁਕਤੀ ਕੱਢਣੀ ਚਾਹੀਦੀ ਏ ਤਾਂ ਕਿ ਸਾਰੇ ਧੱਕਿਆਂ ਤੋਂ ਬਚ ਸਕਣ। ਇਹ ਕੋਈ ਵੱਡੀ ਗੱਲ ਨਹੀਂ। ਕਿਸੇ ਨੂੰ ਵੀ ਕੀ ਬੋਲਣਾ ਹੈ, ਕੀ ਕਰਨਾ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਹੁਣ ਪਤਾ ਨੇ। ਤੁਸੀਂ ਦੂਜਿਆਂ ਨੂੰ ਵੀ ਦੱਸਦੇ ਰਹੋ। ਹਰ ਇੱਕ ਦੇ ਕੰਨ ਵਿੱਚ ਇਹ ਦੱਸੋ
ਕਿ ਸਾਡਾ ਬਾਪ ਆਇਆ ਹੋਇਆ ਏ ਸਾਨੂੰ ਵਾਪਸ ਲੈ ਜਾਣ ਦੇ ਲਈ। ਚਾਹੇ ਤੁਸੀਂ ਟ੍ਰੇਨ ਵਿੱਚ ਵੀ ਯਾਤਰਾ ਕਰਦੇ ਹੋ, ਉੱਥੇ ਵੀ ਯੁਕਤੀ ਨਾਲ ਦੱਸੋ। ਬਾਪ ਜਿਵੇਂ ਤੁਹਾਨੂੰ ਯੁਕਤੀ ਨਾਲ ਦੱਸਦੇ ਨੇ, ਐਵੇਂ ਹੀ ਤੁਸੀਂ ਵੀ ਯੁਕਤੀ ਨਾਲ ਦੂਜਿਆਂ ਨਾਲ ਗੱਲ ਕਰੋ। ਕੋਈ ਨੂੰ ਵੀ ਪਿਆਰ ਨਾਲ ਸਮਝਾਉਣਾ ਚਾਹੀਦਾ ਏ। ਪਤਿਤ ਪਾਵਨ ਗਿਆਨ ਦੇ ਸਾਗਰ ਨਾਲ ਤੁਹਾਡਾ ਕੀ ਸੰਬੰਧ ਏ? ਇਸ ਸਮਾਂ ਤਾਂ ਬਾਬਾ ਨੂੰ ਸਮਾਚਾਰ ਨਹੀਂ ਲਿਖਿਆ ਕਿ ਬਾਬਾ ਇਸ ਧੰਦੇ ਵਿੱਚ ਮੈਂ ਲੱਗ ਗਿਆ ਹਾਂ। ਫਲਾਣੇ ਨੇ ਸਾਡੇ ਕੋਲੋਂ ਪੁੱਛਿਆ ਤੁਸੀਂ ਕੀ ਕਰਦੇ ਹੋ? ਕੁਝ ਵੀ ਬਾਬਾ ਕੋਲ ਇਹੋ ਜਿਹੇ ਸਮਾਚਾਰ ਨਹੀਂ ਆਉਂਦੇ। ਬਾਬਾ ਤਾਂ 1 ਸੈਕਿੰਡ ਵਿੱਚ ਜਨਕ ਮਿਸਲ ਜੀਵਨ ਮੁਕਤੀ ਪਾ ਸਕਦੇ ਸਨ। ਬਾਬਾ ਦੱਸਦੇ ਨੇ, ਤੁਸੀਂ ਫਸਟ ਕਲਾਸ ਗੱਲਾਂ ਜਦੋਂ ਸੁਣਾਓਗੇ ਤਾਂ ਪਲਾਸਟਿਕ ਦੇ ਛੋਟੇ-ਛੋਟੇ ਕਾਰਡ ਵੀ ਛਪਵਾ ਲਿਓ। ਚੰਗੇ ਕਾਰਡ ਹੋਣਗੇ ਤਾਂ ਸਾਰਿਆਂ ਨੂੰ ਤੁਸੀਂ ਭੇਜ ਵੀ ਸਕਦੇ ਹੋ। ਤੀਰਥਾਂ ਤੇ ਤੁਸੀਂ ਧੱਕੇ ਖਾਂਦੇ ਆਏ ਹੋ, ਤੁਸੀਂ ਲਿਖ ਸਕਦੇ ਹੋ, ਅਸੀਂ ਹੁਣ ਤੁਹਾਨੂੰ ਜਨਮ ਜਨਮਾਂਤਰ ਧੱਕਿਆਂ ਤੋਂ ਛੁਡਾਉਣ ਵਾਸਤੇ ਆਏ ਹਾਂ। ਕੋਈ ਬੁੱਧੀਵਾਨ ਬੱਚੇ ਹੋਣਗੇ ਤਾਂ ਠੀਕ ਰੀਤੀ ਲਿਖ ਕੇ ਆਣਗੇ, ਚੰਗੇ ਪਰਚੇ ਛਪਵਾ ਕਰ ਭੇਜਣਗੇ। ਵੱਡੇ ਸ਼ਹਿਰਾਂ ਵਿੱਚ ਕੰਮ ਝੱਟ ਹੋ ਜਾਂਦਾ ਹੈ। ਬਹੁਤ ਸੁੰਦਰ ਪਲਾਸਟਿਕ ਦੇ ਕਾਰਡ ਬਣਵਾਣੇ ਚਾਹੀਦੇ ਨੇ, ਉਸ ਤੇ ਤ੍ਰਿਮੂਰਤੀ ਦਾ ਠੱਪਾ ਲਗਾਓ। ਬਾਬਾ ਯੁਕਤੀਆਂ ਤੇ ਬੜੀ ਚੰਗੀਆਂ ਦੱਸਦੇ ਨੇ। ਜਨਕ ਨੂੰ ਵੀ ਸੈਕਿੰਡ ਵਿੱਚ ਜੀਵਨ ਮੁਕਤੀ ਮਿਲੀ ਸੀ। ਇਹ ਸਿਰਫ ਗਾਉਂਦੇ ਰਹਿੰਦੇ ਨੇ, ਕੋਈ ਨੂੰ ਵੀ ਪਤਾ ਨਹੀਂ ਹੈਗਾ। ਹੁਣ ਤਾਂ ਦੇਖੋ ਦੁਨੀਆ ਵਿੱਚ ਕਿੰਨੀ ਦੰਤ ਕਥਾਵਾਂ ਸਨ। ਤੁਸੀਂ ਪ੍ਰੈਕਟੀਕਲ ਵਿੱਚ ਸਮਝਾਉਣ ਦੇ ਲਈ ਬੈਠੇ ਹੋ, ਕਿਸੇ ਨੂੰ ਵੀ ਸਮਝ ਨਹੀਂ ਆਉਂਦੀਆਂ। ਹੁਣ ਰਾਵਣ ਨੇ ਤਾਂ ਤੁਹਾਨੂੰ ਬਿਲਕੁਲ ਬੇਸਮਝ ਬਣਾ ਦਿੱਤਾ ਏ। ਬਾਪ ਆਖਦੇ ਸਨ, ਬਾਪ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਛੋਟੇ ਬੱਚਿਆਂ ਨੂੰ ਵੀ ਇਹ ਗੱਲਾਂ ਦੱਸੋ। ਜਦੋਂ ਬਾਲਿਕ ਹੋਣਗੇ ਤਾਂ ਹੀ ਤਾਂ ਉਹਨਾਂ ਦੀ ਬੁੱਧੀ ਵਿੱਚ ਇਹ ਗੱਲਾਂ ਬਹਿਣਗੀਆਂ। ਤੁਹਾਡੇ ਆਰਗਨਸ ਵੱਡੇ ਨੇ, ਇਸ ਲਈ ਤੁਸੀਂ ਜਲਦੀ ਸਮਝ ਸਕਦੇ ਹੋ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸਵਰਗ ਦਾ ਵਰਸਾ ਦਿੰਦੇ ਸਨ। ਬੇਚਾਰੇ ਮਨੁੱਖ ਬਾਹਰ ਬਹੁਤ ਧੱਕੇ ਖਾ ਰਹੇ ਨੇ, ਉਹਨਾਂ ਨੂੰ ਧੱਕਿਆਂ ਤੋਂ ਛੁਡਾਵਾਂ ਕਿਵੇਂ? ਇਹ ਯੁਕਤੀਆਂ ਬੜੀਆਂ ਰਚਣੀਆਂ ਚਾਹੀਦੀਆਂ ਨੇ। ਕਿੰਨੀ ਬੱਚੀਆਂ ਘਰ ਬੈਠੇ ਲਿਖਦੀਆਂ ਨੇ, ਬਾਬਾ ਅਸੀਂ ਤਾਂ ਤੁਹਾਡੇ ਹੋ ਗਏ ਹਾਂ, ਪਰੰਤੂ ਸਾਨੂੰ ਤੁਹਾਨੂੰ ਮਿਲਣ ਕੋਈ ਦਿੰਦਾ ਹੀ ਨਹੀਂ। ਬਾਪ ਆਖਦੇ ਸਨ, ਬੱਚੇ ਤੁਸੀਂ ਘਰ ਬੈਠਿਆਂ ਯਾਦ ਕਰਦੀਆਂ ਰਹੋ। ਇਹੋ ਜਿਹੀ ਬੱਚੀਆਂ ਬਹੁਤ ਅੱਗੇ ਜਾ ਸਕਦੀਆਂ ਨੇ। ਤੁਹਾਨੂੰ ਤਾਂ ਮਾਰ ਵੀ ਨਹੀਂ ਖਾਣੀ ਪੈਂਦੀ, ਤਾਂ ਤੁਸੀਂ ਕਿੰਨੀ ਸੇਵਾ ਕਰ ਸਕਦੀਆਂ ਹੋ। ਬਾਬਾ ਦੀ ਗੱਲਾਂ ਨੂੰ ਸੁਣਿਆ ਅਣਸੁਣਿਆ ਨਹੀਂ ਕਰਨਾ ਚਾਹੀਦਾ। ਤੁਸੀਂ ਤਾਂ ਕੋਈ ਵੀ ਭਾਸ਼ਾ ਦੇ ਕਾਰਡ ਛਪਵਾ ਸਕਦੇ ਹੋ। ਕੰਮ ਕਰਨ ਵਾਲਿਆਂ ਦੀ ਬੁੱਧੀ ਚੱਲਣੀ ਚਾਹੀਦੀ ਏ। ਬਾਬਾ ਕੋਈ ਜਾਸਤੀ ਕੰਮ ਥੋੜੇ ਹੀ ਦਿੰਦੇ ਸਨ। ਉਸ ਦੁਨੀਆ ਦੀ ਗੌਰਮਿੰਟ ਵਿੱਚ ਦੇਖੋ ਕਿੰਨੀ ਵੱਡੀ ਪੰਚਾਇਤਾਂ ਲੱਗਦੀਆਂ ਨੇ, ਸੋ ਵੀ ਵਿਨਾਸ਼ ਦੇ ਲਈ। ਤੁਹਾਡੇ ਕੋਲ ਤਾਂ ਅਵਿਨਾਸ਼ੀ ਪਦ ਪਾਣ ਦੇ ਲਈ ਕਿੰਨੀ ਢੇਰ ਯੁਕਤੀਆਂ ਸਨ, ਚੰਗੀ ਯੁਕਤੀਆਂ ਸਨ। ਤੁਸੀਂ ਕਿੰਨਾ ਖਰਚਾ ਦੁਨੀਆ ਵਾਲਿਆਂ ਦਾ ਬਚਾਉਂਦੇ ਹੋ, ਉਹਨਾਂ ਨੂੰ ਆਖਣਾ ਚਾਹੀਦਾ ਏ। ਤੁਸੀਂ ਭਗਤੀ ਮਾਰਗ ਵਿੱਚ ਕਿੰਨੇ ਖਰਚੇ ਕਰਦੇ ਆਏ ਹੋ। ਹੁਣ ਦੇਖੋ ਬਗੈਰ ਕੋਡੀ ਖਰਚੇ ਭਗਵਾਨ ਸਾਨੂੰ ਸਤਯੁਗ ਵਿੱਚ ਲੈ ਜਾ ਰਹੇ ਸਨ। ਸੈਕਿੰਡ ਵਿੱਚ ਜੀਵਨ ਮੁਕਤੀ ਦਿੰਦੇ ਸਨ। ਮਨੁੱਖ ਤਾਂ ਕਿੰਨੇ ਦੁਖੀ ਹੁੰਦੇ ਨੇ, ਕਿੰਨੇ ਤਾਂ ਯਾਤਰਾ ਵਿੱਚੋਂ ਵਿੱਚੇ ਹੀ ਲੋਟ ਆਉਂਦੇ ਸਨ। ਗਰੀਬ ਵਿਚਾਰੇ ਬਹੁਤ ਭਟਕਦੇ ਰਹਿੰਦੇ ਨੇ। ਉਨ ਵਿਚਾਰਿਆਂ ਉੱਤੇ ਤੁਹਾਨੂੰ ਤਰਸ ਪੈਣਾ ਚਾਹੀਦਾ ਏ। ਤੁਸੀਂ ਗੋਡਫਾਦਰ ਦੇ ਬੱਚੇ ਹੋ ਤਾਂ ਤੁਹਾਨੂੰ ਸਵਰਗ ਵਿੱਚ ਵੀ ਆਉਣਾ ਚਾਹੀਦਾ ਏ। ਤੁਹਾਨੂੰ ਕਿਸ ਨੂੰ ਵੀ ਸਮਝਾ ਸਕਦੇ ਹੋ। ਅੱਲਾ ਨੂੰ ਯਾਦ ਕਰੋ, ਅੱਲਾ ਦੇ ਘਰ ਜਾਣਾ ਏ। ਉੱਥੋਂ ਹੀ ਤੁਸੀਂ ਆਏ ਹੋ, ਉੱਥੇ ਹੀ ਵਾਪਸ ਜਾਣਾ ਏ। ਸ਼ਿਵ ਬਾਬਾ ਆਖਦੇ ਸਨ, ਸਿਰਫ ਮੈਨੂੰ ਯਾਦ ਕਰੋ, ਕਿਸੇ ਵੀ ਦੇਹਦਾਰੀ ਨੂੰ ਯਾਦ ਨਹੀਂ ਕਰਨਾ। ਦੇਹੀ ਅਭਿਮਾਨੀ ਬਣਨਾ ਏ। ਦੇਹਦਾਰੀ ਤਾਂ ਸਾਰੇ ਮਰੇ ਪਏ ਨੇ। ਬਾਪ ਆਖਦੇ ਸਨ, ਮਾਮੇਕਮ ਯਾਦ ਕਰੋ। ਦੁਨੀਆ ਵਿੱਚ ਇੱਕ ਦੋ ਨੂੰ ਬਹੁਤ ਦੁੱਖ ਦਿੰਦੇ ਰਹਿੰਦੇ ਸਨ। ਇੱਥੇ ਤਾਂ ਇੱਕ ਕੰਨ ਤੋਂ ਸੁਣ ਕੇ ਤੁਸੀਂ ਦੂਜੇ ਕੰਨ ਤੋਂ ਕੱਢ ਦੇਣੀਆਂ ਨੇ। ਕੋਈ ਕਿਸੇ ਦੀ ਵੀ ਗੱਲਾਂ ਦਿਲ ਨੂੰ ਨਹੀਂ ਲਗਾਣੀਆਂ, ਔਰ ਹਰ ਇੱਕ ਦੇ ਕੰਨ ਵਿੱਚ ਇਹੀਓ ਗੱਲ ਸੁਣਾਉਂਦੇ ਰਹੋ, ਅਲਫ ਅਤੇ ਬੇ। ਬੜਾ ਆਸਾਨ ਏ। ਸਾਨੂੰ ਬਾਦਸ਼ਾਹੀ ਲੈਣੀ ਏ। ਮਨ ਮਨਾਭਵ ਦਾ ਅਰਥ ਵੀ ਬਾਪ ਹੀ ਆ ਕੇ ਸਮਝਾਉਂਦੇ ਸਨ। ਬਾਕੀ ਤਾਂ ਸਾਰੀਆਂ ਡਿਟੇਲ ਦੀਆਂ ਗੱਲਾਂ ਨੇ। ਬਾਪ ਤਾਂ ਕਲਿਆਣਕਾਰੀ ਸਨ।
ਬੱਚਿਆਂ ਨੂੰ ਵੀ ਕਲਿਆਣਕਾਰੀ ਬਣਨਾ ਪਵੇ। ਬੱਚਿਆਂ ਨੂੰ ਵੀ ਸਬੂਤ ਦੇਣਾ ਏ ਕਿ ਅਸੀਂ ਅੱਜ ਤੋਂ ਬਾਬਾ ਆਪ ਜੀ ਦੀ ਹੀ ਸੇਵਾ ਕਰਾਂਗੇ। ਕਿੰਨਾ ਕਲਿਆਣ ਕਰਨਾ ਪਵੇ। ਕਲਿਆਣ ਕਰਨ ਦੇ ਲਈ ਘੁੰਮਣਾ ਵੀ ਪੈਂਦਾ ਏ। ਧਰਮ ਸਥਾਪਨ ਅਰਥ ਧੱਕੇ ਵੀ ਖਾਣੇ ਪੈਂਦੇ ਨੇ। ਅਸੀਂ ਇਹੋ ਜੀ ਯਾਤਰਾ ਸਿਖਾਉਂਦੇ ਹਾਂ ਜੋ ਕਦੇ ਦੂਜਾ ਹੋਰ ਕੋਈ ਸਿਖਾ ਨਾ ਸਕੇ। ਮਨ ਮਨਾ ਭਾਵ ਯਾਤਰੀਆਂ ਦੇ ਪਿਛਾੜੀ ਲੱਗ ਜਾਣਾ ਚਾਹੀਦਾ ਏ। ਬੜੇ ਸ਼ਰੂੜ ਬੁੱਧੀ, ਸਮਝਦਾਰ ਬੁੱਧੀ ਚਾਹੀਦੇ ਨੇ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰੇ। ਨੰਬਰ 1, ਹੀਰੇ ਜਿਹਾ ਬਣਨ ਦਾ ਸਾਧਨ ਬਾਪ ਦੀ ਯਾਦ ਸਣ। ਬਾਪ ਦੀ ਯਾਦ ਵਿੱਚ ਰਹਿ ਕੇ ਬਗੈਰ ਕੋੜੀ ਖਰਚੇ ਅਸੀਂ ਵਿਸ਼ਵ ਦਾ ਬਾਦਸ਼ਾਹੀ, ਵਿਸ਼ਵ ਦੇ ਮਾਲਿਕ ਬਣ ਸਕਦੇ ਹਾਂ। ਇਸ ਲਈ ਨਿਰੰਤਰ ਇੱਕ ਬਾਪ ਜੀ ਦੀ ਯਾਦ ਵਿੱਚ ਹੀ ਰਹਿਣਾ ਏ। ਮੰਗਣ ਤੋਂ ਮਰਨਾ ਭਲਾ। ਬਾਪ ਤੋਂ ਸਭ ਕੁਝ ਮਿਲ ਰਿਹਾ ਏ, ਇਸ ਲਈ ਕਿਸੇ ਤੋਂ ਕੁਝ ਮੰਗਣਾ ਨਹੀਂ। ਕਲਿਆਣਕਾਰੀ ਬਣ ਕੇ ਸਭ ਨੂੰ ਸੱਚਾ ਸੁੱਖ ਦਾ ਰਸਤਾ ਦੱਸਣਾ ਏ। ਅੱਜ ਦਾ ਵਰਦਾਨ ਹੈਗਾ, ਸਾਰੇ ਖਜ਼ਾਨਿਆਂ ਨੂੰ ਕਾਰਜ ਵਿੱਚ ਲਗਾ ਕੇ ਵਧਾਉਣ ਵਾਲੇ ਯੋਗੀ ਸੋ ਪ੍ਰਯੋਗੀ ਆਤਮਾ ਭਵ। ਬਾਪ ਦਾਦਾ ਨੇ ਬੱਚਿਆਂ ਨੂੰ ਸਾਰੇ ਖਜ਼ਾਨੇ ਪ੍ਰਯੋਗ ਦੇ ਲਈ ਦਿੱਤੇ ਸਨ। ਜਿਹੜੇ ਜਿੰਨਾ ਪ੍ਰਯੋਗ ਵਿੱਚ ਲਾਉਂਦੇ ਸਨ, ਪ੍ਰਯੋਗੀ ਦੀ ਨਿਸ਼ਾਨੀ ਸਨ ਪ੍ਰਗਤੀ। ਜੇਕਰ ਪ੍ਰਗਤੀ ਨਹੀਂ ਹੁੰਦੀ ਤਾਂ ਸਮਝ ਲਿਓ ਕਿ ਅਸੀਂ ਪ੍ਰਯੋਗੀ ਨਹੀਂ ਹਾਂ। ਯੋਗ ਦਾ ਅਰਥ ਹੀ ਹੈ ਪ੍ਰਯੋਗ ਵਿੱਚ ਲਿਆਣਾ। ਤਾਂ ਤਨ ਮਨ ਧਨ ਜਾਂ ਵਸਤੂ, ਜਿਹੜੀ ਵੀ ਚੀਜ਼ਾਂ ਬਾਪ ਨੇ ਦਿੱਤੀਆਂ ਸਨ, ਬਾਪ ਕੋਲੋਂ ਮਿਲੀਆਂ ਹੋਈਆਂ ਸਨ, ਉਹ ਵੰਡਦੇ ਜਾਓ। ਇਹ ਸਾਡੇ ਕੋਲ ਅਮਾਨਤ ਸਨ। ਉਹਨਾਂ ਵਿੱਚ ਅਲਬੇਲੇਪਣ ਦੇ ਕਾਰਨ ਵਿਅਰਥ ਨੂੰ ਨਹੀਂ, ਵਿਅਰਥ ਵਿੱਚ ਨਾ ਗਵਾਓ। ਉਸ ਨੂੰ ਕਾਰਜ ਵਿੱਚ ਲਗਾ ਕਰ 1 ਦਾ 10 ਗੁਣਾ ਵਧਾਓ। ਘੱਟ ਘੱਟ ਖਰਚ ਬਾਲਾ ਨਸ਼ੀਨ ਬਣਨਾ ਏ। ਅਈਓ ਯੋਗੀ ਸੋ ਪ੍ਰਯੋਗੀ ਆਤਮਾ ਦੀ ਨਿਸ਼ਾਨੀਆਂ ਸਨ। ਅੱਜ ਦਾ ਸਲੋਗਨ ਹੈਗਾ, ਵਿਕਰਮੀ ਅਤੇ ਵਿਕਾਰਾਂ ਦਾ ਤਿਆਗ ਕਰਨਾ ਹੀ ਸੱਚਾ ਤਿਆਗ ਸਨ। ਵਿਕਰਮੀ, ਵਿਕਰਮਾਂ ਅਤੇ ਵਿਕਾਰੋਂ ਦਾ ਤਿਆਗ ਕਰਨਾ ਹੀ ਸੱਚਾ ਤਿਆਗ ਸਨ। ਓਮ ਸ਼ਾਂਤੀ।